ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। BC ਦੇ ਵਿੱਚ 72 ਸਾਲ ਤੇ ਵੱਧ ਉਮਰ ਵਾਲਿਆਂ ਦੇ ਲੱਗ ਸਕਦੇ ਟੀਕੇ, ਭੁੱਲ ਕੇ ਵੀ ਨਾ ਕਰ ਬੈਠਿਓ ਇਹ ਗੱਲ। ਓਨਟਾਰੀਓ ਨੇ ਲਗਾਇਆ ਐਮਰਜੈਂਸੀ ਬ੍ਰੇਕ ਸ਼ਟਡਾਊਨ, ਜਾਣੋ ਕੀ ਖੁੱਲੇਗਾ ਤੇ ਕੀ ਰਹੇਗਾ ਬੰਦ। ਸਰੀ ਤੋਂ ਬਰਾਮਦ ਹੋਇਆ ਵੱਡੀ ਮਾਤਰਾ ਦੇ ਵਿੱਚ ਨਸ਼ਾ, ਡਰਾਈਵਰ ਨੇ ਕੀਤੀ ਭੱਜਣ ਦੀ ਕੋਸ਼ਿਸ਼। ਵੈਨਕੂਵਰ ਦੇ ਵਿੱਚ ਭਾਰਤ ਦੇ ਕਿਸਾਨਾਂ ਨੂੰ ਵੱਡਾ ਸਾਥ, ਕਿਸਾਨੀ ਹੱਕ ਦੇ ਵਿੱਚ ਮਤਾ ਪਾਸ। BC ਤੋਂ ਟਰੱਕ ਡਰਾਈਵਰਾਂ ਦੇ ਲਈ ਖਬਰ, ਹੁਣ ਹੋਵੇਗੀ ਟਰੱਕ ਡਰਾਈਵਰਾਂ ਦੀ ਟ੍ਰੇਨਿੰਗ। ਬ੍ਰਿਟਿਸ਼ ਕੋਲੰਬੀਆ ਤੋਂ ਖਬਰ ਸਾਹਮਣੇ ਆਈ ਹੈ, ਜਿੱਥੇ ਹੁਣ 72 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਲੋਕ ਕਰੋਨਾ ਵੈਕਸੀਨ ਲਗਾਉਣ ਦੇ ਲਈ ਆਪਣੀ ਅਪਾਇੰਟਮੈਂਟ ਲੈ ਸਕਦੇ ਹਨ। ਵੱਖ-ਵੱਖ ਨੰਬਰ ਇਸ ਮੌਕੇ ਦੇ ਉੱਪਰ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਜਿਹੜਾ ਆਪਰੇਟਰ ਅਪਾਇੰਟਮੈਂਟ ਦੇ ਸਮੇਂ ਤੁਹਾਡੇ ਨਾਲ ਗੱਲ ਕਰੇਗਾ, ਉਸ ਦੇ ਨਾਲ ਕੋਈ ਵੀ ਬੈਂਕਿੰਗ ਅਤੇ ਕ੍ਰੈਡਿਟ ਕਾਰਡ ਦੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ, ਕਿਉਂਕਿ ਅਜਿਹਾ ਕੁਝ ਵੀ ਅਪਾਇੰਟਮੈਂਟ ਸਮੇਂ ਤੁਹਾਡੇ ਕੋਲੋਂ ਨਹੀਂ ਪੁੱਛਿਆ ਜਾਵੇਗਾ। ਹੈਲਥ ਕਾਰਡ ਬਾਰੇ ਪੁੱਛਿਆ ਜਾਵੇਗਾ, ਤੁਹਾਡੇ ਨਾਮ ਬਾਰੇ ਪੁੱਛਿਆ ਜਾਵੇਗਾ, ਹੋਰ ਜਿਹੜੀ ਲੋੜੀਂਦੀ ਜਾਣਕਾਰੀ ਹੈ ਉਹ ਹਾਸਿਲ ਕੀਤੀ ਜਾਵੇਗੀ। ਪਰ ਇਹ ਚੀਜ਼ ਜਿਹੜੀ ਹੈ ਉਹ ਭੁੱਲ ਕੇ ਵੀ ਨਾ ਕਰਿਓ, ਜਾਣੀ ਆਪਣੇ ਬੈਂਕ ਦੀ ਤੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਉਸ ਨੂੰ ਨਾ ਦਿਓ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਕੋਵਿਡ-19 ਦੇ ਚੱਲਦਿਆਂ ਆਮ ਲੋਕਾਂ ਨੂੰ ਹੁਣ ਕਰੋਨਾ ਟੀਕੇ ਲਗਾਏ ਜਾ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਹੁਣ 72 ਸਾਲ ਅਤੇ ਇਸ ਤੋਂ ਵੱਧ ਵਾਲੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਨੇ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਵਾਸੀ ਜਿਨ੍ਹਾਂ ਦਾ ਜਨਮ 1949 ਜਾਂ ਫਿਰ ਇਸ ਤੋਂ ਪਹਿਲਾਂ ਹੋਇਆ ਹੈ, ਉਹ ਕੋਵਿਡ-19 ਵੈਕਸੀਨ ਦੇ ਲਈ ਆਪਣੀ ਅਪਾਇੰਟਮੈਂਟ ਲੈ ਸਕਦੇ ਹਨ। ਇਸ ਦੀ ਸ਼ੁਰੂਆਤ ਅੱਜ ਤੋਂ ਕਰ ਦਿੱਤੀ ਗਈ ਹੈ। ਜਿਨ੍ਹਾਂ ਨੰਬਰਾਂ ਦੇ ਉੱਪਰ ਕਾਲ ਕਰਕੇ ਬੁਕਿੰਗ ਕੀਤੀ ਜਾ ਸਕਦੀ ਹੈ, ਉਹ ਨੰਬਰ ਜਾਰੀ ਕੀਤੇ ਗਏ ਹਨ। ਫਰੇਜ਼ਰ ਹੈਲਥ ਅਥਾਰਟੀ 1855 755 2455, ਇੰਟੀਰੀਅਰ ਹੈਲਥ ਅਥਾਰਟੀ 1877 740 7747, ਨਾਰਦਰਨ ਹੈਲਥ ਅਥਾਰਟੀ 1844 255 7555, ਵੈਨਕੂਵਰ ਕੋਸਟਲ ਹੈਲਥ ਅਥਾਰਟੀ 1877 587 5767, ਵੈਨਕੂਵਰ ਆਈਲੈਂਡ ਹੈਲਥ ਅਥਾਰਟੀ 1833 348 4787। ਇਹ ਕਾਲ ਸੈਂਟਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਦੌਰਾਨ ਕਾਲ ਸੈਂਟਰ ਆਪਰੇਟਰ ਵੱਲੋਂ ਤੁਹਾਡਾ ਲੀਗਲ ਨੇਮ, ਡੇਟ ਆਫ ਬਰਥ, ਪੋਸਟਲ ਕੋਡ, ਪਰਸਨਲ ਹੈਲਥ ਨੰਬਰ ਅਤੇ ਫੋਨ ਨੰਬਰ, ਇਸ ਦੇ ਨਾਲ ਹੀ ਈਮੇਲ ਐਡਰੈਸ ਮੰਗਿਆ ਜਾਵੇਗਾ। ਯਾਦ ਰਵੇ ਕਿ ਉਹਨਾਂ ਵੱਲੋਂ ਤੁਹਾਡਾ ਬੈਂਕਿੰਗ ਜਾਂ ਫਿਰ ਕ੍ਰੈਡਿਟ ਕਾਰਡ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਮੰਗੀ ਜਾਵੇਗੀ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਇਸ ਦੇ ਵਾਸਤੇ ਸਤਰਕ ਰਹੋ। ਇਹ ਜਿਹੜੇ ਰੀਜਨਲ ਕਾਲ ਸੈਂਟਰ ਨੰਬਰ ਜਾਰੀ ਕੀਤੇ ਗਏ ਹਨ, ਇਹ 18 ਅਪ੍ਰੈਲ ਨੂੰ ਬੰਦ ਹੋ ਜਾਣਗੇ। ਉਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਸਿੰਗਲ ਫੋਨ ਦੇ ਉੱਪਰ ਹੀ ਬੁਕਿੰਗ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਪ੍ਰੋਵਿੰਸ ਦਾ ਆਨਲਾਈਨ ਪ੍ਰੋਵਿੰਸ਼ੀਅਲ ਰਜਿਸਟ੍ਰੇਸ਼ਨ ਬੁਕਿੰਗ ਸਿਸਟਮ 6 ਅਪ੍ਰੈਲ ਨੂੰ ਖੋਲ੍ਹ ਦਿੱਤਾ ਜਾਵੇਗਾ। ਓਨਟਾਰੀਓ ਦੇ ਵਿੱਚ ਲਗਾਤਾਰ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਸਨ। ਕਰੋਨਾ ਵਾਇਰਸ ਦੇ ਮਾਮਲੇ ਚਿੰਤਾ ਦਾ ਵਿਸ਼ਾ ਸਨ। ਇਸ ਦੇ ਨਾਲ ਹੀ ਜੋ ਕਰੋਨਾ ਵੇਰੀਐਂਟ ਦੇ ਨਾਲ ਸੰਬੰਧਿਤ ਮਾਮਲੇ ਵੀ ਲਗਾਤਾਰ ਸਾਹਮਣੇ ਆਉਂਦੇ ਦਿਖਾਈ ਦੇ ਰਹੇ ਸਨ। ਇਸ ਦੇ ਉੱਪਰ ਹੁਣ ਪ੍ਰੀਮੀਅਰ ਡਗਫੋਰਡ ਵੱਲੋਂ ਐਲਾਨ ਕੀਤਾ ਗਿਆ ਹੈ, ਜਿੱਥੇ ਹੁਣ ਐਮਰਜੈਂਸੀ ਬ੍ਰੇਕ ਸ਼ਟਡਾਊਨ ਓਨਟਾਰੀਓ ਦੇ ਵਿੱਚ ਲਗਾਇਆ ਗਿਆ। ਇਸ ਦੌਰਾਨ ਕੀ ਕੁਝ ਖੁੱਲਿਆ ਰਹੇਗਾ, ਕੀ ਚੀਜ਼ਾਂ ਜਿਹੜੀਆਂ ਬੰਦ ਰਹਿਣਗੀਆਂ, ਪੂਰੀ ਜਾਣਕਾਰੀ ਡਿਟੇਲ ਦੇ ਵਿੱਚ ਸਾਂਝੀ ਕਰਾਂਗੇ ਇਸ ਖਬਰ ਅੰਦਰ। ਓਨਟਾਰੀਓ ਦੇ ਵਿੱਚ ਇੱਕ ਵਾਰ ਫਿਰ ਤੋਂ ਹੋਰ ਸਖਤੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜੀ ਹਾਂ, ਓਨਟਾਰੀਓ ਦੇ ਵਿੱਚ ਐਮਰਜੈਂਸੀ ਬ੍ਰੇਕ ਸ਼ਟਡਾਊਨ ਲਗਾਇਆ ਜਾ ਰਿਹਾ ਹੈ। ਇੱਥੇ ਕਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਵਧਦੇ ਹੀ ਜਾ ਰਹੇ ਸਨ। ਰੋਜ਼ਾਨਾ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਸਨ ਤੇ ਦੂਜੇ ਪਾਸੇ ਕਰੋਨਾ ਵੇਰੀਐਂਟ ਦੇ ਮਾਮਲਿਆਂ ਦੀ ਵੀ ਪੁਸ਼ਟੀ ਹੋ ਰਹੀ ਸੀ, ਜੋ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਈ ਸੀ। ਇਹਨਾਂ ਮਾਮਲਿਆਂ ਦੇ ਫੈਲਾਅ ਨੂੰ ਘੱਟ ਕਰਨ ਦੇ ਵਾਸਤੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਇੱਕ ਕਦਮ ਚੁੱਕਿਆ ਗਿਆ ਹੈ। ਪ੍ਰੀਮੀਅਰ ਡਗਫੋਰਡ ਵੱਲੋਂ ਐਲਾਨ ਕਰਦਿਆਂ ਕਿਹਾ ਗਿਆ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਪਰ ਇਹ ਸਭ ਦੀ ਭਲਾਈ ਦੇ ਲਈ ਹੀ ਕਦਮ ਚੁੱਕਿਆ ਗਿਆ ਹੈ। ਇਹ ਪਾਬੰਦੀਆਂ ਅਪ੍ਰੈਲ 3 ਤੋਂ ਲਾਗੂ ਹੋਣਗੀਆਂ। ਤੁਹਾਨੂੰ ਜਾਣਕਾਰੀ ਦਿੰਦੇ ਹਾਂ ਕਿ ਕਿਹੜੀਆਂ ਚੀਜ਼ਾਂ ਖੁੱਲ੍ਹਣ ਦੀ ਇਜਾਜ਼ਤ ਹੋਵੇਗੀ ਤਾਂ ਕਿਹਨਾਂ ਨੂੰ ਬੰਦ ਰੱਖਣਾ ਹੋਵੇਗਾ। ਐਨੀਮਲ ਸਰਵਿਸਿਜ਼, ਪੈਟ ਗਰੂਮਿੰਗ, ਵਾਕਿੰਗ ਅਤੇ ਟ੍ਰੇਨਿੰਗ ਦੀ ਇਜਾਜ਼ਤ ਹੋਵੇਗੀ। ਜ਼ੂ, ਐਕੁਆਰੀਅਮ, ਮਿਊਜ਼ੀਅਮ ਅਤੇ ਹੋਰ ਕਲਚਰਲ ਐਮਿਨਿਟੀਜ਼ ਨੂੰ ਬੰਦ ਰੱਖਿਆ ਜਾਵੇਗਾ। ਵਾਸ਼ਰੂਮ ਅਤੇ ਸ਼ਾਵਰਸ ਤੋਂ ਇਲਾਵਾ ਬਾਕੀ ਸਾਰੀਆਂ ਰੀਕ੍ਰੀਏਸ਼ਨ ਫੈਸਿਲਿਟੀਜ਼ ਬੰਦ ਰਹਿਣਗੀਆਂ। 25% ਦੀ ਕੈਪੈਸਿਟੀ ਦੇ ਨਾਲ ਕੈਨੇਬੀਜ਼ ਸਟੋਰਸ ਨੂੰ ਖੋਲ੍ਹਿਆ ਜਾ ਸਕੇਗਾ। ਕਸੀਨੋਜ਼, ਬਿੰਗੋ ਹਾਲਸ ਅਤੇ ਗੇਮਿੰਗ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਨੇ।
ਨਵੀਆਂ ਸਖਤੀਆਂ ਦੇ ਮੁਤਾਬਕ ਸਿਨੇਮਾ ਮੂਵੀ ਥੀਏਟਰਸ ਵੀ ਬੰਦ ਰਹਿਣਗੇ। ਫਿਲਮ ਅਤੇ ਟੈਲੀਵਿਜ਼ਨ ਪ੍ਰੋਡਕਸ਼ਨ ਵਾਲਿਆਂ ਨੂੰ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ, ਜਿੱਥੇ ਉਹਨਾਂ ਨੂੰ ਕਿਹਾ ਹੈ ਕਿ 2 ਮੀਟਰ ਦੀ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣੀ ਹੋਵੇਗੀ। ਪ੍ਰੀ ਅਤੇ ਪੋਸਟ ਪ੍ਰੋਡਕਸ਼ਨ ਸਰਵਿਸਿਜ਼ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਹੇਅਰ ਤੇ ਮੇਕਅਪ ਸਟਾਫ ਨੂੰ ਮਾਸਕ ਪਾਉਣੇ ਲਾਜ਼ਮੀ ਹੋਣਗੇ। ਹੋਟਲਸ ਤੇ ਰਿਜ਼ੋਰਟਸ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਇਸ ਦੇ ਨਾਲ ਹੀ ਪੂਲ, ਫਿਟਨੈਸ ਸੈਂਟਰ, ਮੀਟਿੰਗ ਰੂਮ ਬੰਦ ਰਹਿਣਗੇ। ਹਾਊਸਕੀਪਰਸ, ਨੈਨੀ ਅਤੇ ਬੇਬੀ ਸਿਟਰਸ ਆਪਣਾ ਕੰਮ ਜਾਰੀ ਰੱਖ ਸਕਦੇ ਨੇ। ਇਸ ਦੇ ਨਾਲ ਹੀ ਕਲੀਨਿੰਗ, ਮੇਨਟੇਨੈਂਸ ਅਤੇ ਰਿਪੇਅਰ ਰਿਲੇਟਡ ਸਰਵਿਸਿਜ਼ ਦੀ ਵੀ ਇਜਾਜ਼ਤ ਹੋਵੇਗੀ। ਮੀਟਿੰਗਸ ਅਤੇ ਸਮਾਗਮ ਵਾਲੀਆਂ ਜਗ੍ਹਾਵਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਨੇ। ਚਾਈਲਡ ਕੇਅਰ, ਕੋਰਟ ਅਤੇ ਗਵਰਨਮੈਂਟ ਸਰਵਿਸਿਜ਼ ਜਾਰੀ ਰਹਿਣਗੀਆਂ। ਹੇਅਰ ਸੈਲੂਨ ਬੰਦ ਰਹਿਣਗੇ। ਕਮਰਸ਼ੀਅਲ ਅਤੇ ਇੰਡਸਟਰੀਅਲ ਫੋਟੋਗ੍ਰਾਫੀ ਦੀ ਇਜਾਜ਼ਤ ਹੋਵੇਗੀ, ਪਰ ਰੀਟੇਲ ਸਟੂਡੀਓ ਬੰਦ ਰਹਿਣਗੇ। ਰੀਅਲ ਏਸਟੇਟ ਏਜੰਸੀਜ਼ ਖੁੱਲ੍ਹੀਆਂ ਰਹਿਣਗੀਆਂ, ਪਰ ਇੱਥੇ ਅਪਾਇੰਟਮੈਂਟ ਪਹਿਲਾਂ ਲੈਣੀ ਜ਼ਰੂਰੀ ਹੋਵੇਗੀ। ਰੈਸਟੋਰੈਂਟ, ਬਾਰ ਅਤੇ ਕੈਫੇਜ਼ ਦੇ ਵਿੱਚ ਇਨਡੋਰ ਅਤੇ ਆਊਟਡੋਰ ਸੀਟਿੰਗ ਬੈਨ ਕਰ ਦਿੱਤੀ ਗਈ ਹੈ। ਸਿਰਫ ਟੇਕ ਅਵੇ, ਡਰਾਈਵ ਥਰੂ ਹੀ ਕਰਵਾਇਆ ਜਾ ਸਕੇਗਾ। ਇਸ ਦੇ ਨਾਲ ਹੀ ਡਿਲੀਵਰੀ ਵੀ ਕੀਤੀ ਜਾ ਸਕੇਗੀ। ਸਕੂਲ ਅਤੇ ਡੇ ਕੇਅਰ ਫੈਸਿਲਿਟੀਜ਼ ਖੁੱਲ੍ਹੀਆਂ ਰਹਿਣਗੀਆਂ। ਇਨ ਪਰਸਨ ਸ਼ਾਪਿੰਗ ਦੀ ਇਜਾਜ਼ਤ ਹੋਵੇਗੀ। ਸੁਪਰਮਾਰਕੀਟ, ਕਨਵੀਨੀਅੰਸ ਸਟੋਰ, ਫਾਰਮੇਸੀਜ਼ ਅਤੇ ਬਾਕੀ ਸਟੋਰ ਜਿਹੜੇ ਗਰੋਸਰੀ ਵੇਚਦੇ ਨੇ ਉਹ 50% ਦੀ ਕੈਪੈਸਿਟੀ ਦੇ ਨਾਲ ਖੋਲ੍ਹ ਸਕਣਗੇ। ਇੰਡੋਰ ਅਤੇ ਸੋਸ਼ਲ ਗੈਦਰਿੰਗ ਦੇ ਉੱਪਰ ਰੋਕ ਹੋਏਗੀ। ਸਿਰਫ ਇੱਕੋ ਘਰ ਵਾਲੇ ਹੀ ਇਕੱਠੇ ਹੋ ਸਕਣਗੇ। ਆਊਟਡੋਰ ਗੈਦਰਿੰਗ ਦੇ ਵਿੱਚ 5 ਜਾਣੇ ਸ਼ਾਮਿਲ ਹੋ ਸਕਣਗੇ, ਪਰ ਇਸ ਮੌਕੇ ਦੇ ਉੱਪਰ ਵੀ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਪਵੇਗਾ। ਵਿਆਹ ਸਮਾਗਮ, ਸੰਸਕਾਰ ਅਤੇ ਰਿਲੀਜੀਅਸ ਸਰਵਿਸਿਜ਼ ਦੇ ਵਿੱਚ ਸਿਰਫ 15% ਇਕੱਠ ਕੀਤਾ ਜਾ ਸਕੇਗਾ। ਸਰੀ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਟ੍ਰੈਫਿਕ ਸਟਾਪ ਦੇ ਉੱਪਰ ਵੱਡੀ ਮਾਤਰਾ ਦੇ ਵਿੱਚ ਨਸ਼ਾ ਅਤੇ ਇਸ ਦੇ ਨਾਲ ਹੀ ਹੈਂਡਗਨ ਵੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਦਿੱਤੀ ਗਈ ਹੈ, ਪੁਲਿਸ ਆਫੀਸਰਸ ਨੇ ਦੱਸਿਆ ਹੈ ਕਿ ਇਸ ਮੌਕੇ ਜਦੋਂ ਉਹਨਾਂ ਨੂੰ ਵਾਹਨ ਦੇ ਉੱਪਰ ਸ਼ੱਕ ਪਿਆ ਤਾਂ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਤਾਂ ਡਰਾਈਵਰ ਵੱਲੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ਦਾ ਕੁਝ ਪੁਲਿਸ ਅਫਸਰ ਵੱਲੋਂ ਦੇਖ ਲਿਆ ਗਿਆ, ਜਿਸ ਤੋਂ ਬਾਅਦ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੂੰ ਬਾਅਦ ਦੇ ਵਿੱਚ ਰਿਹਾ ਵੀ ਕਰ ਦਿੱਤਾ ਗਿਆ। ਕੋਈ ਚਾਰਜ ਨਹੀਂ ਫਿਲਹਾਲ ਉਸ ਦੇ ਉੱਪਰ ਲਗਾਏ ਗਏ, ਪਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਗੱਡੀ 'ਚੋਂ ਭਾਰੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਸਰੀ ਦੇ ਵਿੱਚ ਟ੍ਰੈਫਿਕ ਸਟਾਪ ਦੇ ਉੱਪਰ ਹੈਂਡਗਨ ਅਤੇ ਨਸ਼ਾ ਬਰਾਮਦ ਕੀਤਾ ਗਿਆ ਹੈ। ਜੀ ਹਾਂ, ਇਸ ਸਫਲਤਾ ਸਰੀ RCMP ਦੇ ਹੱਥ ਲੱਗੀ ਹੈ, ਜਿਨ੍ਹਾਂ ਵੱਲੋਂ ਵੈਲੀ ਦੇ ਵਿੱਚ ਟ੍ਰੈਫਿਕ ਸਟਾਪ ਦੇ ਉੱਪਰ ਵੱਡੀ ਮਾਤਰਾ ਦੇ ਵਿੱਚ ਡਰੱਗਸ ਅਤੇ ਹੈਂਡਗਨ ਬਰਾਮਦ ਕੀਤੀ ਗਈ ਹੈ। ਇਹ ਘਟਨਾ ਮਾਰਚ 27 ਦੀ ਹੈ। 2 ਵਜੇ ਤੋਂ ਬਾਅਦ ਇੱਥੇ ਫਰੰਟਲਾਈਨ ਆਫੀਸਰ ਨੂੰ ਇੱਕ ਵਾਹਨ ਦੇ ਉੱਪਰ ਸ਼ੱਕ ਪਿਆ। ਪੁਲਿਸ ਅਧਿਕਾਰੀ ਡਰਾਈਵਰ ਦੇ ਨਾਲ ਗੱਲ ਕਰ ਰਿਹਾ ਸੀ ਤਾਂ ਉਸ ਵੱਲੋਂ ਜਾਣੀ ਕਿ ਡਰਾਈਵਰ ਵੱਲੋਂ ਕਾਰ ਦਾ ਗੇਅਰ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਡਰਾਈਵਰ ਅਜਿਹਾ ਕਰਦਾ ਅਧਿਕਾਰੀ ਦੀ ਨਜ਼ਰੀ ਚੜ੍ਹ ਗਿਆ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਇਸ ਦੀ ਜਾਂਚ ਕੀਤੀ ਅਤੇ ਉਸ ਨੂੰ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਹੋਇਆ, ਜੋ ਕਿ ਵਾਹਨ ਦੇ ਅੰਦਰ ਸੀ। ਪੁਲਿਸ ਆਫੀਸਰ ਵੱਲੋਂ ਇਸ ਡਰਾਈਵਰ ਨੂੰ ਅਰੈਸਟ ਕਰ ਲਿਆ ਗਿਆ। ਇਸ ਮੌਕੇ ਅਧਿਕਾਰੀ ਵੱਲੋਂ ਵੱਖ-ਵੱਖ ਤਰ੍ਹਾਂ ਦਾ ਡਰਾਈਵਰ ਕੋਲੋਂ ਵਾਹਨ ਦੇ ਅੰਦਰੋਂ ਨਸ਼ਾ ਬਰਾਮਦ ਕੀਤਾ ਗਿਆ, ਜਿਸ ਦੇ ਅਲੱਗ-ਅਲੱਗ ਪੈਕੇਟ ਬਣਾਏ ਹੋਏ ਸੀ। ਦੱਸ ਦਈਏ ਕਿ ਇਸ ਡਰਾਈਵਰ ਨੂੰ ਪੁਲਿਸ ਕਸਟਡੀ ਤੋਂ ਰਿਹਾ ਕਰ ਦਿੱਤਾ ਗਿਆ। ਇਸ ਦੇ ਉੱਪਰ ਕੋਈ ਚਾਰਜ ਨਹੀਂ ਲਗਾਏ ਗਏ, ਪਰ ਇਸ ਮਾਮਲੇ ਦੇ ਬਾਰੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਨਾਲ ਦੀ ਨਾਲ तमाम ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਉਹਨਾਂ ਦੇ ਕੋਲ ਇਸ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਦੇ ਨਾਲ ਸੰਪਰਕ ਜ਼ਰੂਰ ਕਰੇ। ਪੁਲਿਸ ਵੱਲੋਂ ਆਪਣਾ ਨੰਬਰ ਜਾਰੀ ਕੀਤਾ ਗਿਆ ਹੈ। ਸਰੀ RCMP ਦੇ ਨਾਲ 6045990502 ਦੇ ਉੱਪਰ ਸੰਪਰਕ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਕ੍ਰਾਈਮ ਸਟਾਪਰਸ ਦਾ ਵੀ ਨੰਬਰ ਜਾਰੀ ਕੀਤਾ ਗਿਆ 180022284777। ਵੈਨਕੂਵਰ ਦੇ ਵਿੱਚ ਭਾਰਤ ਦੇ ਕਿਸਾਨਾਂ ਨੂੰ ਵੱਡਾ ਸਾਥ ਮਿਲਿਆ ਹੈ, ਜਿੱਥੇ ਜਿਹੜਾ ਮਤਾ ਲਿਆਂਦਾ ਗਿਆ ਸੀ ਕਿਸਾਨੀ ਦੇ ਨਾਲ ਸੰਬੰਧਿਤ ਉਸ ਨੂੰ ਪਾਸ ਕਰ ਦਿੱਤਾ ਗਿਆ ਹੈ। ਵੱਡੀ ਗਿਣਤੀ ਦੇ ਵਿੱਚ ਵੋਟਾਂ ਮਿਲੀਆਂ, ਜਿਸ ਦੇ ਨਾਲ ਇਸ ਮਤੇ ਨੂੰ ਪਾਸ ਕੀਤਾ ਗਿਆ। ਦੱਸ ਦਈਏ ਕਿ ਭਾਰਤ ਦੇ ਕਿਸਾਨ ਜੋ ਲਗਾਤਾਰ ਧਰਨੇ ਦੇ ਉੱਪਰ ਬੈਠੇ ਹੋਏ ਨੇ, ਉਹਨਾਂ ਨੂੰ ਕੈਨੇਡਾ ਤੋਂ ਸਮਰਥਨ ਵੀ ਮਿਲ ਰਿਹਾ ਹੈ। ਉਹਨਾਂ ਦੇ ਹੱਕ ਦੇ ਵਿੱਚ ਰੈਲੀਆਂ ਤੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਉਧਰ ਹੁਣ ਜਿਹੜਾ ਮਤਾ ਲਿਆਂਦਾ ਗਿਆ ਸੀ ਉਸ ਨੂੰ ਵੀ ਪਾਸ ਕਰ ਦਿੱਤਾ ਗਿਆ। ਵੈਨਕੂਵਰ ਦੇ ਵਿੱਚ ਭਾਰਤ ਦੇ ਕਿਸਾਨਾਂ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਜੀ ਹਾਂ, ਵੈਨਕੂਵਰ ਦੇ ਵਿੱਚ ਜਿਹੜਾ ਮਤਾ ਕਿਸਾਨੀ ਦੇ ਨਾਲ ਸੰਬੰਧਿਤ ਲਿਆਂਦਾ ਗਿਆ ਸੀ ਉਸ ਨੂੰ ਪਾਸ ਕਰ ਦਿੱਤਾ ਗਿਆ ਹੈ। ਇਹ ਮਤਾ ਕੌਂਸਲਰ ਜੀਨ ਸਵੈਨਸਨ ਵੱਲੋਂ ਪੇਸ਼ ਕੀਤਾ ਗਿਆ ਸੀ, ਜੋ ਕਿ ਵੱਧ ਗਿਣਤੀ ਵੋਟਾਂ ਦੇ ਨਾਲ ਪਾਸ ਹੋ ਗਿਆ। ਕੌਂਸਲਰ ਵੱਲੋਂ ਵੀ ਇਸ ਮਤੇ ਦੇ ਹੱਕ ਦੇ ਵਿੱਚ ਵੋਟ ਕੀਤੀ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ 9 ਮਾਰਚ ਨੂੰ ਇੱਕ ਮਤਾ ਕਿਸਾਨੀ ਦੇ ਨਾਲ ਸੰਬੰਧਿਤ ਲਿਆਂਦਾ ਗਿਆ ਸੀ, ਪਰ ਉਹ ਪਾਸ ਨਹੀਂ ਹੋ ਸਕਿਆ।
ਵੈਨਕੂਵਰ ਦੇ ਵਿੱਚ ਇਹ ਜਿਹੜਾ ਮਤਾ ਪਾਸ ਕੀਤਾ ਗਿਆ ਹੈ, ਇਸ ਤੋਂ ਪਹਿਲਾਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਜੇਕਰ ਉਹ ਭਾਰਤ ਦੇ ਕਿਸਾਨਾਂ ਨੂੰ ਸਪੋਰਟ ਕਰਦੇ ਨੇ, ਆਪਣਾ ਸਮਰਥਨ ਦਿਖਾਉਣਾ ਚਾਹੁੰਦੇ ਨੇ, ਤਾਂ ਫਿਰ ਇਸ ਨੂੰ ਵੱਧ ਤੋਂ ਵੱਧ ਵੋਟਾਂ ਦਿੱਤੀਆਂ ਜਾਣ। ਤੇ ਹੋਇਆ ਵੀ ਅਜਿਹਾ ਹੀ, ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਮਤੇ ਦੇ ਹੱਕ ਦੇ ਵਿੱਚ ਵੋਟ ਕੀਤੀ ਹੈ। ਦੱਸ ਦਈਏ ਕਿ ਭਾਰਤ ਦੇ ਵਿੱਚ ਦਿੱਲੀ ਬਾਰਡਰਾਂ ਦੇ ਉੱਪਰ ਨਵੰਬਰ ਮਹੀਨੇ ਤੋਂ ਹੀ ਕਿਸਾਨ ਬੈਠੇ ਹੋਏ ਨੇ, ਜਿਨ੍ਹਾਂ ਵੱਲੋਂ ਲਗਾਤਾਰ ਆਪਣੇ ਹੱਕਾਂ ਦੀ ਲੜਾਈ ਲੜੀ ਜਾ ਰਹੀ ਹੈ। ਭਾਰਤ ਸਰਕਾਰ ਵੱਲੋਂ ਜੋ ਖੇਤੀਬਾੜੀ ਦੇ ਨਾਲ ਸੰਬੰਧਿਤ ਕਾਨੂੰਨ ਲਿਆਂਦੇ ਗਏ, ਉਹਨਾਂ ਦਾ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜੇਕਰ ਕੈਨੇਡਾ ਦੀ ਗੱਲ ਕਰੀਏ ਤਾਂ ਇੱਥੇ ਵੀ ਲਗਾਤਾਰ ਭਾਰਤ ਦੇ ਕਿਸਾਨਾਂ ਦੇ ਲਈ ਆਵਾਜ਼ ਚੁੱਕੀ ਜਾ ਰਹੀ ਹੈ, ਜਿੱਥੇ ਲਗਾਤਾਰ ਕਾਰ ਟਰੈਕਟਰ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਪੈਦਲ ਮਾਰਚ ਕੱਢੇ ਜਾ ਰਹੇ ਨੇ, ਇੱਥੋਂ ਤੱਕ ਕਿ ਮਹਾ ਪੰਚਾਇਤਾਂ ਵੀ ਕਰਵਾਈਆਂ ਜਾ ਰਹੀਆਂ ਤੇ ਉਧਰ ਹੁਣ ਇਹ ਮਤਾ ਕਿਸਾਨੀ ਦੇ ਹੱਕ ਦੇ ਵਿੱਚ ਪਾਸ ਕੀਤਾ ਗਿਆ ਹੈ। ਖਬਰ ਬ੍ਰਿਟਿਸ਼ ਕੋਲੰਬੀਆ ਤੋਂ ਟਰੱਕ ਡਰਾਈਵਰਾਂ ਦੇ ਲਈ ਸਾਹਮਣੇ ਆਈ ਹੈ, ਜਿੱਥੇ ਹੁਣ ਐਲਾਨ ਕੀਤਾ ਗਿਆ ਹੈ ਕਿ ਡਰਾਈਵਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਹ ਟ੍ਰੇਨਿੰਗ ਇਸ ਕਰਕੇ ਦਿੱਤੀ ਜਾਵੇਗੀ ਤਾਂ ਕਿ ਜਿਹੜੇ ਸੜਕ ਦੇ ਉੱਪਰ ਹਾਦਸੇ ਵਾਪਰਦੇ ਨੇ ਉਸ ਨੂੰ ਰੋਕਿਆ ਜਾਵੇ, ਇਸ ਨੂੰ ਘੱਟ ਕੀਤਾ ਜਾਵੇ। ਬ੍ਰਿਟਿਸ਼ ਕੋਲੰਬੀਆ ਤੋਂ ਟਰੱਕ ਡਰਾਈਵਰਾਂ ਦੇ ਲਈ ਇੱਕ ਖਬਰ ਸਾਹਮਣੇ ਆਈ ਹੈ। ਇਹ ਖਬਰ ਹੈ ਕਮਰਸ਼ੀਅਲ ਟਰੱਕ ਡਰਾਈਵਰਾਂ ਦੇ ਲਈ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਲਾਨ ਕੀਤਾ ਗਿਆ ਹੈ ਕਿ ਕਮਰਸ਼ੀਅਲ ਟਰੱਕ ਡਰਾਈਵਰਾਂ ਦੀ ਲਾਜ਼ਮੀ ਟ੍ਰੇਨਿੰਗ ਹੋਵੇਗੀ। ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਟ੍ਰੇਨਿੰਗ ਦੀਆਂ ਨਵੀਆਂ ਜ਼ਰੂਰਤਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਕਦਮ ਇਸ ਕਰਕੇ ਚੁੱਕਿਆ ਜਾ ਰਿਹਾ ਹੈ ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਅਜਿਹਾ ਕਰਨ ਦੇ ਨਾਲ ਸੂਬੇ ਦੀਆਂ ਹਾਈਵੇਜ਼ ਨੂੰ ਸੁਰੱਖਿਅਤ ਬਣਾਇਆ ਜਾ ਸਕੇਗਾ। ਇਸ ਅਧੀਨ ਡਰਾਈਵਰਾਂ ਨੂੰ ਹੁਣ 140 ਘੰਟੇ ਦੀ ਲਾਜ਼ਮੀ ਐਂਟਰੀ ਲੈਵਲ ਟ੍ਰੇਨਿੰਗ ਦੀ ਲੋੜ ਹੋਵੇਗੀ। ਦੱਸ ਦਈਏ ਕਿ ਦੇਸ਼ ਦੇ ਵਿੱਚ ਜਾਨੀ ਕੈਨੇਡਾ ਦੇ ਵਿੱਚ ਇਸ ਟ੍ਰੇਨਿੰਗ ਦੀ ਬਹੁਤ ਜ਼ਰੂਰਤ ਹੈ। ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਵੱਲੋਂ ਇਸ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਨਵੇਂ ਨਿਯਮਾਂ ਦੀ ਸ਼ੁਰੂਆਤ 18 ਅਕਤੂਬਰ ਤੋਂ ਹੋਵੇਗੀ ਅਤੇ ਇਹ ਟ੍ਰੇਨਿੰਗ ਕੇਨਾ ਵੱਲੋਂ ਦਿੱਤੀ ਜਾਵੇਗੀ। ਇਸ ਬਾਰੇ ਜਾਣਕਾਰੀ ਜੂਨ ਮਹੀਨੇ ਦੇ ਵਿੱਚ ਸਾਂਝੀ ਕੀਤੀ ਜਾਵੇਗੀ। ਦੱਸ ਦਈਏ ਕਿ 에ਅਰ ਬ੍ਰੇਕ ਟ੍ਰੇਨਿੰਗ ਅਤੇ 6 ਘੰਟਿਆਂ ਦੀ ਲਾਜ਼ਮੀ ਪ੍ਰੈਕਟੀਕਲ ਟ੍ਰੇਨਿੰਗ ਵੀ ਇਸ ਦੇ ਵਿੱਚ ਸ਼ਾਮਿਲ ਹੈ। ਸੜਕ ਦੇ ਉੱਪਰ ਜੋ ਲਗਾਤਾਰ ਹਾਦਸੇ ਵਾਪਰ ਰਹੇ ਨੇ, ਇਸ ਦੇ ਨਾਲ ਉਸ ਤੋਂ ਵੀ ਬਚਾਅ ਕੀਤਾ ਜਾਵੇਗਾ। ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਵੱਲੋਂ ਹਾਦਸਿਆਂ ਦੇ ਵਿੱਚ ਆਪਣੇ ਘਰਾਂ ਦੇ ਚਿਰਾਗ ਗਵਾ ਲਏ ਗਏ। ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਕਦਮ ਦੇ ਨਾਲ, ਜਾਣੀ ਇਸ ਪ੍ਰੋਗਰਾਮ ਦੇ ਨਾਲ ਕਈ ਤਰ੍ਹਾਂ ਦੇ ਹਾਦਸਿਆਂ ਤੋਂ ਬਚਾਅ ਹੋਏਗਾ। ਜੀ ਹਾਂ, ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੀ ਟ੍ਰੇਨਿੰਗ ਹੁੰਦੀ ਹੈ ਤਾਂ ਉਸ ਤੋਂ ਬਾਅਦ ਭਵਿੱਖ ਦੇ ਵਿੱਚ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇਗਾ। ਕੈਨੇਡਾ ਵੱਲੋਂ ਆਪਣੇ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਦੇ ਤਹਿਤ 5000 ਸੱਦੇ ਜਾਰੀ ਕੀਤੇ ਗਏ, ਪਰ ਇਸ ਵਾਰ ਦੇ ਡਰਾਅ ਦੇ ਵਿੱਚ ਕੁਝ ਖਾਸ ਸੀ। ਉਹ ਇਹ ਸੀ ਕਿ ਇਸ ਵਾਰ ਦਾ CRS ਸਕੋਰ 17 ਪੁਆਇੰਟ ਹੇਠਾਂ ਆ ਗਿਆ। ਪਿਛਲੇ CRS ਸਕੋਰ ਦੀ ਗੱਲ ਕਰੀਏ ਤਾਂ ਉਸ ਦੇ ਨਾਲੋਂ ਇਸ ਵਾਰ ਦਾ CRS ਸਕੋਰ 17 ਪੁਆਇੰਟ ਘੱਟ ਸੀ। ਸੋ ਫਰਵਰੀ 13 ਨੂੰ ਜਿਹੜਾ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ ਸੀ, ਉਸ ਤੋਂ ਬਾਅਦ ਲਗਾਤਾਰ ਉਮੀਦ ਕੀਤੀ ਜਾ ਰਹੀ ਹੈ ਕਿ ਅਜਿਹਾ ਹੀ ਕੋਈ ਡਰਾਅ ਫਿਰ ਤੋਂ ਕੈਨੇਡਾ ਵੱਲੋਂ ਐਲਾਨ ਕੀਤਾ ਜਾਵੇ। ਕੈਨੇਡਾ ਵੱਲੋਂ ਨਵਾਂ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ। ਇਹ ਡਰਾਅ ਅਪ੍ਰੈਲ 1 ਨੂੰ ਐਲਾਨ ਕੀਤਾ ਗਿਆ। ਇਸ ਦੇ ਤਹਿਤ 5000 ਸੱਦੇ ਜਾਰੀ ਕੀਤੇ ਗਏ। ਦੱਸ ਦਈਏ ਕਿ ਇਸ ਵਾਰ CRS ਸਕੋਰ 432 ਤੇ ਆ ਗਿਆ। ਪਿਛਲੀ ਵਾਰ ਦੇ ਸਕੋਰ ਨਾਲੋਂ ਇਸ ਵਾਰ ਦਾ CRS 17 ਪੁਆਇੰਟ ਹੇਠਾਂ ਆਇਆ। ਜੀ ਹਾਂ, ਇਹ ਬਿਲਕੁਲ ਸੱਚ ਹੈ ਕਿ ਇਸ ਵਾਰ ਦਾ CRS ਸਕੋਰ ਪਿਛਲੇ ਸਕੋਰਸ ਦੇ ਮੁਕਾਬਲੇ ਘੱਟ ਰਿਹਾ। ਜਿਹੜੇ ਉਮੀਦਵਾਰਾਂ ਦਾ ਸਕੋਰ ਘੱਟੋ ਘੱਟ 432 ਸੀ, ਉਹਨਾਂ ਦੇ ਲਈ ਜ਼ਰੂਰੀ ਸੀ ਕਿ ਫਰਵਰੀ 16, 2021 ਤੋਂ ਪਹਿਲਾਂ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਵਾਈ ਹੋਵੇ। ਇਸ ਤੋਂ ਪਹਿਲਾਂ ਫਰਵਰੀ 13 ਨੂੰ ਕੈਨੇਡਾ ਵੱਲੋਂ ਇੱਕ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ ਸੀ। ਉਸ ਵੇਲੇ ਕੈਨੇਡਾ ਵੱਲੋਂ ਇੱਕੋ ਵਾਰ ਦੇ ਵਿੱਚ 27332 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਇੱਕ ਵੱਡੀ ਉਮੀਦ ਹਰ ਕਿਸੇ ਦੇ ਵਿੱਚ ਜਾਗੀ ਸੀ ਕਿ ਹੁਣ ਹੋ ਸਕਦਾ ਹੈ ਕਿ ਕੈਨੇਡਾ ਵੱਲੋਂ ਜਿਹੜੇ ਆਉਣ ਵਾਲੇ ਡਰਾਅ ਨੇ ਉਸ ਦੇ ਵਿੱਚ ਅਜਿਹਾ ਹੀ ਕੀਤਾ ਜਾਵੇ। ਪਰ ਪਿਛਲੀ ਵਾਰ ਤੇ ਇਸ ਵਾਰ ਦੇ ਡਰਾਅ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਇਹ ਰਿਕਾਰਡ ਤੋੜ ਨਹੀਂ ਰਹੇ। ਇਸ ਵਾਰ ਦੇ ਡਰਾਅ ਦੇ ਤਹਿਤ ਵੀ 5000 ਸੱਦੇ ਹੀ ਜਾਰੀ ਕੀਤੇ ਗਏ। ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਆਪਣੇ ਨਵੇਂ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਇਹ ਟੀਚਾ ਰੱਖਿਆ ਗਿਆ ਕਿ 2021 ਤੋਂ ਲੈ ਕੇ 2023 ਤੱਕ ਸਾਲਾਨਾ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇਗਾ। 2020 ਦੇ ਵਿੱਚ ਜਿਹੜਾ ਟੀਚਾ ਮਿੱਥਿਆ ਗਿਆ ਸੀ ਉਹ ਪੂਰਾ ਨਹੀਂ ਹੋ ਸਕਿਆ ਕਿਉਂਕਿ ਕਰੋਨਾ ਵਾਇਰਸ ਦੇ ਚੱਲਦਿਆਂ ਕਈ ਤਰ੍ਹਾਂ ਦੀਆਂ ਯਾਤਰਾ ਦੇ ਉੱਪਰ ਪਾਬੰਦੀਆਂ ਲਗਾਈਆਂ ਗਈਆਂ, ਜਿਸ ਦੇ ਕਰਕੇ ਪ੍ਰਵਾਸੀਆਂ ਦੀ ਕੈਨੇਡਾ ਆਮਦ ਘਟੀ ਅਤੇ ਜੋ ਟੀਚਾ ਮਿੱਥਿਆ ਗਿਆ ਸੀ ਉਹ ਪੂਰਾ ਨਹੀਂ ਹੋ ਸਕਿਆ। ਇਸ ਵਾਰ ਕੈਨੇਡਾ ਸਰਕਾਰ ਦਾ ਟੀਚਾ ਹੈ ਕਿ ਉਹਨਾਂ ਵੱਲੋਂ ਇਸ ਟਾਰਗੇਟ ਨੂੰ ਪੂਰਾ ਕੀਤਾ ਜਾਵੇ ਜੋ ਉਹਨਾਂ ਨੇ ਤੈਅ ਕੀਤਾ ਹੈ।
ਹੁਣ ਤੱਕ 2021 ਦੌਰਾਨ ਜਿਹੜੇ ਵੀ ਐਕਸਪ੍ਰੈਸ ਐਂਟਰੀ ਡਰਾਅ ਕੱਢੇ ਗਏ ਉਸ ਦੇ ਤਹਿਤ 49124 ਸੱਦੇ ਜਾਰੀ ਕਰ ਦਿੱਤੇ ਗਏ ਹਨ। ਹੁਣ ਦੇਖਣਾ ਹੋਵੇਗਾ ਕਿ ਅਗਲੇ ਜਿਹੜੇ ਐਕਸਪ੍ਰੈਸ ਐਂਟਰੀ ਡਰਾਅ ਐਲਾਨ ਕੀਤੇ ਜਾਣਗੇ ਉਸ ਦੇ ਤਹਿਤ ਕਿੰਨੇ ਇਨਵੀਟੇਸ਼ਨ ਉਮੀਦਵਾਰਾਂ ਨੂੰ ਦਿੱਤੇ ਜਾਣਗੇ। ਕਿਊਬੈਕ ਵੱਲੋਂ ਅਰੀਮਾ ਡਰਾਅ ਦਾ ਐਲਾਨ ਕੀਤਾ ਗਿਆ। ਇਸ ਦੇ ਤਹਿਤ 208 ਇਨਵੀਟੇਸ਼ਨ ਜਾਰੀ ਕੀਤੇ ਗਏ। ਦੱਸ ਦਈਏ ਕਿ ਇਹ ਸਾਲ ਦਾ ਦੂਸਰਾ ਡਰਾਅ ਹੈ ਜਿਹੜਾ ਕਿਊਬੈਕ ਵੱਲੋਂ ਐਲਾਨਿਆ ਗਿਆ। ਪਿਛਲੇ ਵਾਰ ਦੇ ਡਰਾਅ ਦੇ ਨਾਲੋਂ ਇਸ ਵਾਰ 2 ਗੁਣਾ ਵੱਧ ਸੱਦੇ ਜਾਰੀ ਕੀਤੇ ਗਏ। ਕਿਊਬੈਕ ਦੇ ਵਿੱਚ 2 ਨਵੇਂ ਇਮੀਗ੍ਰੇਸ਼ਨ ਪਾਇਲਟਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਐਲਾਨ ਕਿਊਬੈਕ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਕੀਤਾ ਗਿਆ, ਜਿੱਥੇ ਉਹਨਾਂ ਦੱਸਿਆ ਕਿ ਪਰਮਾਨੈਂਟ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਪ੍ਰੋਗਰਾਮ 5 ਸਾਲਾਂ ਦੇ ਲਈ ਹੋਵੇਗਾ। ਇਸ ਦੇ ਵਿੱਚ 5 ਪ੍ਰਿੰਸੀਪਲ ਐਪਲੀਕੈਂਟਸ ਦੀ ਚੋਣ ਕੀਤੀ ਜਾਵੇਗੀ। ਇਸ ਪ੍ਰੋਗਰਾਮ ਦੇ ਨਾਲ ਕਿਊਬੈਕ ਦੇ ਹੈਲਥ ਕੇਅਰ ਵਰਕਰਸ ਦੀ ਜੋ ਕਮੀ ਹੈ ਉਸ ਨੂੰ ਪੂਰਾ ਕੀਤਾ ਜਾਵੇਗਾ, ਜਾਣੀ ਕਿ ਉਸ ਦੇ ਵਿੱਚ ਮਦਦਗਾਰ ਸਾਬਿਤ ਹੋਵੇਗਾ। ਦੱਸ ਦਈਏ ਕਿ ਇਸ ਵਾਸਤੇ ਐਪਲੀਕੇਸ਼ਨ ਇਨਟੇਕ ਸ਼ੁਰੂ ਹੋ ਚੁੱਕੀ ਹੈ, ਜੋ ਕਿ ਅਕਤੂਬਰ 31, 2021 ਤੱਕ ਚਲੇਗੀ। ਦੱਸ ਦਈਏ ਕਿ ਇਹ ਇਸ ਮਹੀਨੇ ਦਾ ਕਿਊਬੈਕ ਵੱਲੋਂ ਐਲਾਨ ਕੀਤਾ ਗਿਆ ਦੂਸਰਾ ਪਾਇਲਟ ਪ੍ਰੋਗਰਾਮ ਹੈ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਅਗਲੇ ਜਾਨੀ ਤੀਸਰੇ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਅਪ੍ਰੈਲ 22, 2021 ਤੋਂ ਹੋਵੇਗੀ। ਇਸ ਦੇ ਨਾਲ ਹੀ ਪ੍ਰੋਵਿੰਸ ਵੱਲੋਂ ਕਿਊਬੈਕ ਸਿਲੈਕਸ਼ਨ ਸਰਟੀਫਿਕੇਟਸ ਵੀ ਜਾਰੀ ਕੀਤੇ ਜਾਣਗੇ, ਜੋ ਕਿ 1650 ਨੂੰ ਦਿੱਤੇ ਜਾਣਗੇ। ACSQ ਪ੍ਰਿੰਸੀਪਲ ਐਪਲੀਕੈਂਟਸ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ 3 ਪਾਇਲਟਸ ਦੇ ਜ਼ਰੀਏ ਹਰ ਸਾਲ ਮਿਲਣਗੇ। ਕਿਊਬੈਕ ਵੱਲੋਂ ਇਹ ਜਿਹੜੇ 3 ਪਰਮਨੈਂਟ ਇਮੀਗ੍ਰੇਸ਼ਨ ਪਾਇਲਟ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ। ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਜੋ ਕੋਰੋਨਾ ਵਾਇਰਸ ਦੇ ਕਰਕੇ ਆਰਥਿਕਤਾ ਨੂੰ ਢਾਹ ਲੱਗੀ ਹੈ ਉਸ ਨੂੰ ਪੂਰਾ ਕਰਨਾ ਹੈ। ਇਹ ਪਾਇਲਟ ਪ੍ਰੋਜੈਕਟ ਉਹਨਾਂ ਟੈਂਪਰੇਰੀ ਫੋਰਨ ਵਰਕਰਸ ਦੇ ਲਈ ਹਨ ਜਿਹੜੇ ਕਿ ਆਰਡਰਲਾਈਨਸ, ਨਰਸਿਸ ਏਡਸ ਅਤੇ ਪੇਸ਼ੈਂਟ ਸਰਵਿਸ ਐਸੋਸੀਏਟਸ ਦੇ ਅਧੀਨ ਕੰਮ ਕਰਦੇ ਹਨ ਅਤੇ ਫ੍ਰੈਂਚ ਭਾਸ਼ਾ ਚੰਗੀ ਤਰ੍ਹਾਂ ਜਾਣਦੇ ਨੇ। ਇਸ ਪਾਇਲਟ ਪ੍ਰੋਗਰਾਮ ਦੇ ਅਧੀਨ 2 ਸਟਰੀਮ ਹਨ, ਪਹਿਲਾ ਵਰਕ ਅਤੇ ਦੂਸਰਾ ਸਟੱਡੀਜ਼ ਵਰਕ। ਓਨਟਾਰੀਓ ਦੇ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੀ ਜਾ ਰਹੇ ਨੇ। ਰੋਜ਼ਾਨਾ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਨੇ। ਇਸ ਦੇ ਕਰਕੇ ਜਿਹੜੇ ਵਿਗਿਆਨ ਦੇ ਮਾਹਰ ਨੇ ਉਹਨਾਂ ਵੱਲੋਂ ਇੱਕ ਸੁਝਾਅ ਦਿੱਤਾ ਗਿਆ ਹੈ। ਉਹਨਾਂ ਵੱਲੋਂ ਦਰਅਸਲ ਕੋਰੋਨਾ ਵੇਰੀਐਂਟ ਦੇ ਨਾਲ ਸੰਬੰਧਿਤ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਜੇਕਰ ਇਸ ਦੇ ਫੈਲਾਅ ਨੂੰ ਰੋਕਣਾ ਹੈ ਤਾਂ ਸਟੇ ਐਟ ਹੋਮ ਜਿਹੜਾ ਹੈ ਇਸ ਨੂੰ ਜਾਰੀ ਰੱਖਣਾ ਪਵੇਗਾ। ਸਿਰਫ ਇਸ ਦੇ ਨਾਲ ਹੀ ਹੱਲ ਕੱਢਿਆ ਜਾ ਸਕਦਾ ਹੈ। ਓਨਟਾਰੀਓ ਦੇ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ, ਜੋ ਕਿ ਸਿਹਤ ਮਾਹਿਰਾਂ ਦੇ ਵਾਸਤੇ ਚਿੰਤਾ ਦਾ ਵਿਸ਼ਾ ਵੀ ਬਣੇ ਹੋਏ ਨੇ। ਦੱਸਈਏ ਕਿ ਰੋਜ਼ਾਨਾ ਹੁਣ 2000 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ। ਅਜਿਹੇ 'ਚ ਓਨਟਾਰੀਓ ਸਾਇੰਸ ਐਡਵਾਈਜ਼ਰਸ ਦੇ ਵੱਲੋਂ ਕੋਰੋਨਾ ਦੀ ਤੀਜੀ ਲਹਿਰ ਦੇ ਬਾਰੇ ਵਿੱਚ ਵੱਡੀ ਗੱਲ ਕਹੀ ਗਈ। ਉਹਨਾਂ ਦਾ ਕਹਿਣਾ ਹੈ ਕਿ ਇਸ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਨੂੰ ਸਿਰਫ ਸਟੇ ਐਟ ਹੋਮ ਹੀ ਕਾਬੂ ਕਰ ਸਕਦਾ ਹੈ। ਦੱਸ ਦਈਏ ਕਿ ਇੱਥੇ ਲਗਾਤਾਰ ਕੋਰੋਨਾ ਵੇਰੀਐਂਟ ਦੇ ਮਾਮਲੇ ਵਧਦੇ ਹੀ ਜਾ ਰਹੇ ਨੇ। ਗਰੁੱਪ ਦੇ ਕੋਚ ਚੇਅਰ ਦਾ ਕਹਿਣਾ ਹੈ ਕਿ ਵੈਕਸੀਨੇਸ਼ਨ ਤਾਂ ਪ੍ਰੋਵਿੰਸ ਦੇ ਵਿੱਚ ਹੋ ਰਹੀ ਹੈ, ਪਰ ਹਾਈ ਰਿਸਕ ਕਮਿਊਨਿਟੀ ਤੱਕ ਇਹ ਟੀਕਾ ਨਹੀਂ ਪਹੁੰਚ ਰਿਹਾ। ਇਸ ਦੇ ਨਾਲ ਫੈਲਾਅ ਨੂੰ ਛੇਤੀ ਕਾਬੂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਵੇਰੀਐਂਟ ਦਾ ਖਤਰਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ, ਕਿਉਂਕਿ ਇੱਥੇ ਲਗਾਤਾਰ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਨਾਲ ਸੰਬੰਧਿਤ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ। ਜੇਕਰ ਉਧਰ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗੱਲ ਕਰੀਏ ਤਾਂ ਲਗਾਤਾਰ ਹਸਪਤਾਲਾਂ ਦੇ ਵਿੱਚ ਵੀ ਗਿਣਤੀ ਵਧਦੀ ਹੀ ਦਿਖਾਈ ਦੇ ਰਹੀ ਹੈ। ਹਸਪਤਾਲਾਂ ਦੇ ਵਿੱਚ 40% ਮਰੀਜ਼ਾਂ ਦੇ ਵਿੱਚ ਵਾਧਾ ਦੇਖਿਆ ਗਿਆ। ਦੱਸ ਦਈਏ ਕਿ ਇਹ 2 ਹਫ਼ਤਿਆਂ ਦੇ ਦੌਰਾਨ ਹੋਇਆ ਹੈ ਜਦੋਂ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵਧੀ ਹੋਵੇ। ਇਸ ਨੂੰ ਲੈ ਕੇ ਸਿਹਤ ਮਾਹਿਰ ਤਾਂ ਚਿੰਤਾ ਦਾ ਪ੍ਰਗਟਾਵਾ ਕਰ ਹੀ ਰਹੇ ਨੇ ਤੇ ਉਧਰ ਸਾਇੰਸ ਐਡਵਾਈਜ਼ਰਸ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਜੇਕਰ ਪ੍ਰੋਵਿੰਸ ਦੇ ਵਿੱਚ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਨੂੰ ਕਾਬੂ ਦੇ ਵਿੱਚ ਕਰਨਾ ਹੈ ਤਾਂ ਇਸ ਦੇ ਲਈ ਸਟੇ ਐਟ ਹੋਮ ਹੀ ਸਭ ਤੋਂ ਵੱਧ ਕਾਰਗਰ ਹਥਿਆਰ ਹੈ, ਜੋ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਵਿੱਚ ਮਦਦ ਕਰੇਗਾ। ਕਿਊਬੈਕ ਵੱਲੋਂ ਲਗਾਤਾਰ ਪਾਇਲਟ ਪ੍ਰੋਜੈਕਟਸ ਦਾ ਐਲਾਨ ਕੀਤਾ ਜਾ ਰਿਹਾ ਹੈ। 2 ਪਾਇਲਟ ਪ੍ਰੋਜੈਕਟ ਦਾ ਐਲਾਨ ਕਿਊਬੈਕ ਵੱਲੋਂ ਕੀਤਾ ਗਿਆ, ਤੀਸਰਾ ਜਲਦ ਹੀ ਐਲਾਨਿਆ ਜਾ ਸਕਦਾ ਹੈ। ਇਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ, ਪਰ ਜਿਹੜੇ ਪਾਇਲਟ ਪ੍ਰੋਜੈਕਟ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਇਸ ਦੇ ਵਿੱਚ ਕੀ ਹੈ, ਇਸ ਦਾ ਕੀ ਜਿਹੜੀਆਂ ਰਿਕੁਆਇਰਮੈਂਟਸ ਨੇ ਦੱਸਾਂਗੇ ਇਸ ਖਬਰ ਦੇ ਵਿੱਚ। ਕਿਊਬੈਕ ਵੱਲੋਂ ਨਵਾਂ ਅਰੀਮਾ ਡਰਾਅ ਕੱਢਿਆ ਗਿਆ। ਇਸ ਦੇ ਤਹਿਤ 208 ਸੱਦੇ ਜਾਰੀ ਕੀਤੇ ਗਏ। ਦੱਸੀਏ ਕਿ ਕਿਊਬੈਕ ਦੇ ਵਿੱਚੋਂ ਕੱਢਿਆ ਗਿਆ ਇਹ ਦੂਸਰਾ ਡਰਾਅ ਹੈ ਜਿਸ ਦਾ ਐਲਾਨ ਇਸ ਸਾਲ ਕੀਤਾ ਗਿਆ। ਪਹਿਲੇ ਡਰਾਅ ਦੇ ਮੁਕਾਬਲੇ ਇਸ ਵਾਰ ਦਾ ਡਰਾਅ 2 ਗੁਣਾ ਵੱਧ ਰਿਹਾ, ਜਿੱਥੇ ਜ਼ਿਆਦਾ ਲੋਕਾਂ ਨੂੰ ਸੱਦੇ ਜਾਰੀ ਕੀਤੇ ਗਏ। ਇਸ ਡਰਾਅ ਦਾ ਐਲਾਨ ਮਾਰਚ 30 ਨੂੰ ਕੀਤਾ ਗਿਆ। ਉਮੀਦਵਾਰਾਂ ਨੂੰ ਰੈਗੂਲਰ ਸਕਿਲਡ ਵਰਕਰ ਪ੍ਰੋਗਰਾਮ ਦੇ ਅਧੀਨ ਸੱਦੇ ਜਾਰੀ ਕੀਤੇ ਗਏ।
ਤਾਜ਼ਾ ਰਾਊਂਡ ਦੇ ਵਿੱਚ 2 ਕੈਟਾਗਰੀਜ਼ ਦੇ ਕੈਂਡੀਡੇਟਸ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਇਹਨਾਂ ਵਿੱਚੋਂ ਇੱਕ ਉਹ ਸੀ ਜਿਨ੍ਹਾਂ ਦੇ ਕੋਲ ਵੈਲੀਡੇਟਡ ਜੌਬ ਆਫਰ ਸੀ ਅਤੇ ਦੂਸਰੇ ਉਹ ਜਿਹੜੇ ਕਿਊਬੈਕ ਦੇ ਵਿੱਚ ਡਿਪਲੋਮੈਟ, ਕਾਉਂਸਲਰ ਆਫੀਸਰ, ਯੂਨਾਈਟਿਡ ਨੇਸ਼ਨਸ ਰਿਪਰੈਜ਼ੈਂਟੇਟਿਵ ਜਾਂ ਫਿਰ ਉਹਨਾਂ ਦੇ ਸਟਾਫ ਸਨ। ਇਸ ਸਾਲ ਦਾ ਜੋ ਪਹਿਲਾ ਡਰਾਅ ਕੱਢਿਆ ਗਿਆ ਸੀ ਉਹ ਜਨਵਰੀ ਦੌਰਾਨ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਸਿਰਫ 95 ਸੱਦੇ ਜਾਣੀ ਕਿ ਇਨਵੀਟੇਸ਼ਨ ਦਿੱਤੇ ਗਏ ਸਨ। ਅਰੀਮਾ ਦੀ ਸ਼ੁਰੂਆਤ 2018 ਦੇ ਦੌਰਾਨ ਕੀਤੀ ਗਈ ਸੀ। ਇਸ ਡਰਾਅ ਦੀ ਅਪਰੋਚ ਫਰਸਟ ਕਮ ਫਰਸਟ ਸਰਵਡ ਹੈ। ਦੱਸੀਏ ਕਿ ਜਿਹੜੇ ਉਮੀਦਵਾਰਾਂ ਦੀ ਉਮਰ 18 ਸਾਲ ਜਾਂ ਫਿਰ ਇਸ ਤੋਂ ਵੱਧ ਹੁੰਦੀ ਹੈ ਉਹਨਾਂ ਨੂੰ ਸੱਦੇ ਜਾਰੀ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਅਰੀਮਾ ਦੇ ਵਿੱਚ ਉਹਨਾਂ ਦੀ EOI ਪ੍ਰੋਫਾਈਲ ਹੋਣੀ ਵੀ ਜ਼ਰੂਰੀ ਹੈ। ਦੱਸੀਏ ਕਿ ਕਿਊਬੈਕ ਅਤੇ ਫੈਡਰਲ ਸਰਕਾਰ ਦੋਹਾਂ ਦਾ ਹੀ ਟੀਚਾ ਹੈ ਕਿ ਜਿਹੜਾ ਟਾਰਗੇਟ ਮਿੱਥਿਆ ਗਿਆ ਉਸ ਨੂੰ ਪੂਰਾ ਕੀਤਾ ਜਾਵੇ। 2021 ਦੇ ਦੌਰਾਨ ਕਿਊਬੈਕ ਵੱਲੋਂ ਇਹ ਟੀਚਾ ਰੱਖਿਆ ਗਿਆ ਹੈ ਕਿ 47,500 ਨਿਊਕਮਰਸ ਦਾ ਸਵਾਗਤ ਕੀਤਾ ਜਾਵੇ। ਅਮਰੀਕਾ ਤੋਂ ਭਾਰਤੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ, ਜਿੱਥੇ ਹੁਣ ਅਮਰੀਕਾ ਦੇ ਵਿੱਚ H1B ਵੀਜ਼ਾ ਦੇ ਉੱਪਰ ਜੋ ਰੋਕ ਲੱਗੀ ਸੀ ਉਸ ਨੂੰ ਹਟਾ ਦਿੱਤਾ ਗਿਆ। ਟਰੰਪ ਪ੍ਰਸ਼ਾਸਨ ਵੱਲੋਂ ਇਸ ਵੀਜ਼ੇ ਦੇ ਉੱਪਰ ਰੋਕ ਲਗਾਈ ਗਈ ਸੀ। ਇਸ ਦਾ ਕਾਰਨ ਉਹਨਾਂ ਨੇ ਕਰੋਨਾ ਵਾਇਰਸ ਦੱਸਿਆ ਸੀ। ਪਹਿਲਾਂ ਜਿਹੜੀ ਰੋਕ ਸੀ ਉਸ ਨੂੰ ਅੱਗੇ ਵਧਾ ਕੇ ਮਾਰਚ ਮਹੀਨੇ ਤੱਕ ਕਰ ਦਿੱਤਾ ਗਿਆ ਸੀ। ਬਾਈਡਨ ਪ੍ਰਸ਼ਾਸਨ ਵੱਲੋਂ ਕੋਈ ਵੀ ਨਵਾਂ ਨੋਟੀਫਿਕੇਸ਼ਨ ਇਸ ਦੇ ਨਾਲ ਸੰਬੰਧਿਤ ਜਾਰੀ ਨਹੀਂ ਕੀਤਾ ਗਿਆ, ਜਿਸ ਦਾ ਮਤਲਬ ਹੈ ਕਿ ਜਿਹੜੀ ਰੋਕ ਲੱਗੀ ਸੀ ਉਹ ਹੁਣ ਅੱਗੇ ਨਹੀਂ ਵਧਾਈ ਜਾਵੇਗੀ। H1B ਵੀਜ਼ਾ ਭਾਰਤੀਆਂ ਦੇ ਵਿੱਚ ਕਾਫੀ ਲੋਕਪ੍ਰਿਯ ਹੈ। ਇਸ ਦੇ ਨਾਲ ਸੰਬੰਧਿਤ ਅਪਡੇਟ ਦੇ ਬਾਰੇ ਵਿੱਚ ਸਾਰੇ ਸਮੇਂ-ਸਮੇਂ ਦੇ ਉੱਪਰ ਜਾਣਨਾ ਚਾਹੁੰਦੇ ਨੇ, ਖਾਸ ਕਰ ਜਿਹੜੇ ਭਾਰਤ ਵਾਸੀ ਨੇ। ਅਜਿਹੇ ਦੇ ਵਿੱਚ ਭਾਰਤੀਆਂ ਦੇ ਲਈ ਇਸ ਵੀਜ਼ਾ ਦੇ ਨਾਲ ਸੰਬੰਧਿਤ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਅਮਰੀਕਾ ਵੱਲੋਂ H1B ਵੀਜ਼ਾ ਦੇ ਉੱਪਰ ਜੋ ਰੋਕ ਲਗਾਈ ਗਈ ਸੀ ਉਸ ਨੂੰ ਹਟਾ ਦਿੱਤਾ ਗਿਆ ਹੈ। ਜੀ ਹਾਂ, ਇਸ ਵੀਜ਼ਾ ਦੇ ਨਾਲ ਸੰਬੰਧਿਤ ਬਾਈਡਨ ਪ੍ਰਸ਼ਾਸਨ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਜੋ ਉਹਨਾਂ ਵੱਲੋਂ ਫੈਸਲਾ ਲਿਆ ਗਿਆ ਉਸ ਦੇ ਮੁਤਾਬਕ H1B ਵੀਜ਼ੇ ਦੇ ਸਮੇਤ ਵਿਦੇਸ਼ੀ ਵਰਕਰਸ ਦੇ ਲਈ ਜਾਰੀ ਹੋਣ ਵਾਲੇ ਵੀਜ਼ੇ ਦੇ ਉੱਪਰ ਲਗਾਈ ਗਈ ਪਾਬੰਦੀ ਖਤਮ ਹੋ ਗਈ ਹੈ। ਇਸ ਫੈਸਲੇ ਤੋਂ ਬਾਅਦ ਜਿਹੜੇ ਭਾਰਤ ਦੇ ਨਾਲ ਸੰਬੰਧਿਤ IT ਪ੍ਰੋਫੈਸ਼ਨਲਸ ਹਨ ਉਹਨਾਂ ਨੂੰ ਫਾਇਦਾ ਹੋਣ ਵਾਲਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਵੀਜ਼ਾ ਦੇ ਉੱਪਰ ਰੋਕ ਲਗਾਈ ਗਈ ਸੀ। ਜੀ ਹਾਂ, ਉਹਨਾਂ ਵੱਲੋਂ 31 ਮਾਰਚ ਤੱਕ ਇਸ ਵੀਜ਼ੇ ਦੇ ਉੱਪਰ ਰੋਕ ਲਗਾਈ ਗਈ, ਪਰ ਬਾਈਡਨ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਵੱਲ ਸੰਕੇਤ ਦਿੱਤਾ ਜਾਂਦਾ ਰਿਹਾ ਹੈ ਕਿ ਉਹਨਾਂ ਵੱਲੋਂ ਇਸ ਵਿੱਚ ਬਦਲਾਅ ਕੀਤਾ ਜਾਵੇਗਾ। ਬਾਈਡਨ ਪ੍ਰਸ਼ਾਸਨ ਵੱਲੋਂ ਇਸ ਵੀਜ਼ਾ ਦੇ ਉੱਪਰ ਲਗਾਈ ਗਈ ਰੋਕ ਨੂੰ ਅੱਗੇ ਵਧਾਉਣ ਦੇ ਲਈ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਇਸ ਨੋਟੀਫਿਕੇਸ਼ਨ ਨਾ ਜਾਰੀ ਹੋਣ ਤੋਂ ਬਾਅਦ ਹੋਇਆ ਇਹ ਹੈ ਕਿ ਜੋ ਡੋਨਾਲਡ ਟਰੰਪ ਵੱਲੋਂ ਰੋਕ ਲਗਾਈ ਗਈ ਸੀ ਉਸ ਦੇ ਆਰਡਰ ਖਤਮ ਹੋ ਗਏ ਨੇ। ਟਰੰਪ ਵੱਲੋਂ ਪਹਿਲਾਂ 31 ਦਸੰਬਰ ਤੱਕ ਕਰੋਨਾ ਵਾਇਰਸ ਦਾ ਹਵਾਲਾ ਦਿੰਦਿਆਂ ਇਸ ਦੇ ਉੱਪਰ ਰੋਕ ਲਗਾਈ ਗਈ ਸੀ, ਜਿਸ ਨੂੰ ਫਿਰ ਅੱਗੇ ਵਧਾ ਦਿੱਤਾ ਗਿਆ ਸੀ, ਜਾਣੀ ਕਿ ਇਸ ਰੋਕ ਨੂੰ 31 ਮਾਰਚ ਤੱਕ ਕਰ ਦਿੱਤਾ ਗਿਆ ਸੀ। ਫਾਈਜ਼ਰ ਵੱਲੋਂ ਹਾਲ ਹੀ ਦੇ ਵਿੱਚ ਐਲਾਨ ਕੀਤਾ ਗਿਆ ਕਿ 12 ਸਾਲ ਤੋਂ 15 ਸਾਲ ਦੇ ਬੱਚਿਆਂ ਨੂੰ ਉਹਨਾਂ ਦਾ ਟੀਕਾ ਲਗਾਇਆ ਜਾ ਸਕਦਾ ਹੈ ਤੇ ਹੁਣ ਜਾਣਕਾਰੀ ਇੱਕ ਹੋਰ ਸਾਂਝੀ ਕੀਤੀ ਗਈ ਹੈ ਕਿ ਕਰੋਨਾ ਵਾਇਰਸ ਦੇ ਖਿਲਾਫ ਜਿਹੜਾ ਦੂਸਰਾ ਇਸ ਵੈਕਸੀਨ ਦਾ ਸ਼ਾਟ ਹੈ ਉਹ 2 ਮਹੀਨੇ ਤੱਕ ਤੁਹਾਡਾ ਵਾਇਰਸ ਤੋਂ ਬਚਾਅ ਕਰਦਾ ਹੈ। ਇੱਕ ਨਵੇਂ ਡਾਟਾ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਜੇਕਰ ਤੁਸੀਂ ਫਾਈਜ਼ਰ ਵੈਕਸੀਨ ਲਗਵਾਉਂਦੇ ਹੋ ਤਾਂ ਇਹ ਤੁਹਾਨੂੰ 6 ਮਹੀਨੇ ਤੱਕ ਕਰੋਨਾ ਵਾਇਰਸ ਤੋਂ ਬਚਾਵੇਗਾ। ਜੀ ਹਾਂ, ਫਾਈਜ਼ਰ ਦਾ ਵੈਕਸੀਨ ਦੂਸਰੀ ਡੋਜ਼ ਤੋਂ ਬਾਅਦ ਕਰੋਨਾ ਵਾਇਰਸ ਤੋਂ 6 ਮਹੀਨੇ ਤੱਕ ਬਚਾਉਂਦਾ ਹੈ। ਫਾਈਜ਼ਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦਾ ਟੀਕਾ ਕਰੋਨਾ ਵਾਇਰਸ ਦੇ ਖਿਲਾਫ 91% ਤੱਕ ਇਫੈਕਟਿਵ ਹੈ। ਇਸ ਦੇ ਨਾਲ ਹੀ 6 ਮਹੀਨੇ ਤੱਕ ਵਾਇਰਸ ਤੋਂ ਬਚਾਅ ਕਰਦਾ ਹੈ। ਜੋ ਸਾਊਥ ਅਫਰੀਕਾ ਦੇ ਵਿੱਚ ਟ੍ਰਾਇਲ ਕੀਤਾ ਗਿਆ ਉਸ ਦੇ ਮੁਤਾਬਕ ਇਹ ਟੀਕਾ 100% ਸੁਰੱਖਿਅਤ ਪਾਇਆ ਗਿਆ। ਫਾਈਜ਼ਰ ਦੇ ਚੀਫ ਐਗਜ਼ੀਕਿਊਟਿਵ ਵੱਲੋਂ ਇਸ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਕਿਹਾ ਕਿ 12,000 ਦੇ ਉੱਪਰ ਟ੍ਰਾਇਲ ਕੀਤਾ ਗਿਆ, ਜਿਸ ਦੇ ਵਿੱਚ ਦੇਖਿਆ ਗਿਆ ਕਿ ਫਾਈਜ਼ਰ ਵੈਕਸੀਨ ਦਾ 6 ਮਹੀਨੇ ਤੱਕ ਅਸਰ ਰਹਿੰਦਾ ਹੈ। ਕਰੋਨਾ ਵਾਇਰਸ ਤੋਂ ਬਾਅਦ ਹੁਣ ਕਰੋਨਾ ਵੇਰੀਐਂਟ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ, ਜੋ ਕਿ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਸੋ ਫਾਈਜ਼ਰ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸਾਊਥ ਅਫਰੀਕਾ ਦੇ ਵੇਰੀਐਂਟ ਦੇ ਖਿਲਾਫ ਵੀ ਉਹਨਾਂ ਦਾ ਟੀਕਾ ਕਾਰਗਰ ਸਾਬਿਤ ਹੋ ਰਿਹਾ ਹੈ। ਜੋ ਟ੍ਰਾਇਲ ਕਰਵਾਇਆ ਗਿਆ ਉਸ ਦੌਰਾਨ ਕਿਸੇ ਦੇ ਵੀ ਕੋਈ ਸੀਰੀਅਸ ਸਾਈਡ ਇਫੈਕਟ ਸਾਹਮਣੇ ਨਹੀਂ ਆਏ। ਜੀ ਹਾਂ, ਜਿਸ ਦਾ ਮਤਲਬ ਹੈ ਕਿ ਕਿਸੇ ਦੇ ਉੱਪਰ ਵੀ ਟੀਕੇ ਦਾ ਗਲਤ ਪ੍ਰਭਾਵ ਦਿਖਾਈ ਨਹੀਂ ਦਿੱਤਾ। ਇਸ ਦੇ ਨਾਲ ਹੀ ਫਾਈਜ਼ਰ ਵੱਲੋਂ ਹਾਲ ਹੀ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦਾ ਟੀਕਾ 12 ਸਾਲ ਤੋਂ ਲੈ ਕੇ 15 ਸਾਲ ਵਾਲੇ ਬੱਚਿਆਂ ਤੱਕ ਦੇ ਵੀ ਲਗਾਇਆ ਜਾ ਸਕਦਾ ਹੈ। ਉਸ ਟ੍ਰਾਇਲ ਦੇ ਵਿੱਚ ਵੀ ਇਹ ਟੀਕਾ ਬੱਚਿਆਂ ਦੇ ਉੱਪਰ ਸੁਰੱਖਿਅਤ ਪਾਇਆ ਗਿਆ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਨਾਲ ਦੀ ਨਾਲ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਹੈ ਕਰੋਨਾ ਵਾਇਰਸ ਦੀ ਸਥਿਤੀ। ਓਨਟਾਰੀਓ ਦੇ ਵਿੱਚ ਲਗਾਤਾਰ ਵਧਦੇ ਮਾਮਲਿਆਂ ਤੋਂ ਬਾਅਦ ਸ਼ਟਡਾਊਨ ਲਗਾ ਦਿੱਤਾ ਗਿਆ।
ਜੇਕਰ ਅੱਜ ਆਏ ਮਾਮਲਿਆਂ ਦੀ ਗੱਲ ਕਰੀਏ, ਓਟਵਾ ਤੋਂ 17,410 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਇੱਥੇ 1,263 ਦੇ ਕਰੀਬ ਐਕਟਿਵ ਕੇਸ ਨੇ, 15,681 ਇੱਥੇ ਰਿਕਵਰਡ ਮਾਮਲੇ ਨੇ ਅਤੇ ਹੁਣ ਤੱਕ 466 ਮੌਤਾਂ ਹੋ ਚੁੱਕੀਆਂ। ਪਬਲਿਕ ਹੈਲਥ ਆਫੀਸ਼ੀਅਲਸ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ, ਈਸਟਰਨ ਓਨਟਾਰੀਓ ਅਤੇ ਵੈਸਟਰਨ ਕਿਊਬੈਕ ਤੋਂ 31,600 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਕਿਊਬੈਕ ਤੋਂ 1,200 ਕੋਰੋਨਾ ਵਾਇਰਸ ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਈ। ਇੱਥੇ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। 1,271 ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਨਾਲ 9 ਮੌਤਾਂ ਦਰਜ ਕੀਤੀਆਂ ਗਈਆਂ। ਹੁਣ ਤੱਕ ਕਿਊਬੈਕ ਦੇ ਵਿੱਚ 3,12,362 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 10,676 ਮੌਤਾਂ ਹੋ ਚੁੱਕੀਆਂ ਨੇ। ਕਿਊਬੈਕ ਦੇ ਵਿੱਚ ਹੁਣ ਤੱਕ ਦੇ 2,92,648 ਰਿਕਵਰਡ ਮਾਮਲੇ ਨੇ। अस्पताल ਦੇ ਵਿੱਚ ਮਰੀਜ਼ਾਂ ਦੀ ਗਿਣਤੀ 487 ਹੈ, ਜਿਨ੍ਹਾਂ ਵਿੱਚੋਂ 119 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਤੋਂ 59 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਦੇ ਨਾਲ ਹੁਣ ਤੱਕ ਦਾ ਇੱਥੇ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਅੰਕੜਾ 34,174 ਦੇ ਉੱਪਰ ਪਹੁੰਚ ਗਿਆ ਹੈ। ਦੱਸੀਏ ਕਿ ਬੀਤੇ 24 ਘੰਟਿਆਂ ਦੌਰਾਨ ਇੱਥੇ 2 ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਦੇ ਕਰਕੇ ਹੁਣ ਤੱਕ ਦਾ ਮੌਤ ਦਾ ਕੁੱਲ ਅੰਕੜਾ ਇੱਥੇ 937 ਹੋ ਗਿਆ। ਕੈਨੇਡਾ ਦੇ ਵਿੱਚ ਹੁਣ ਤੱਕ 9,86,000 ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 22,993 ਦੇ ਕਰੀਬ ਕੈਨੇਡਾ ਦੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਕਰਕੇ ਮੌਤਾਂ ਹੋ ਚੁੱਕੀਆਂ ਨੇ। ਉਧਰ ਕੈਨੇਡਾ ਦੇ ਵਿੱਚ 9,14,000 ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। BC ਦੇ ਵਿੱਚ 72 ਸਾਲ ਤੇ ਵੱਧ ਉਮਰ ਵਾਲਿਆਂ ਦੇ ਲੱਗ ਸਕਦੇ ਟੀਕੇ, ਭੁੱਲ ਕੇ ਵੀ ਨਾ ਕਰ ਬੈਠਿਓ ਇਹ ਗੱਲ। ਓਨਟਾਰੀਓ ਨੇ ਲਗਾਇਆ ਐਮਰਜੈਂਸੀ ਬ੍ਰੇਕ ਸ਼ਟਡਾਊਨ, ਜਾਣੋ ਕੀ ਖੁੱਲੇਗਾ ਤੇ ਕੀ ਰਹੇਗਾ ਬੰਦ। ਸਰੀ ਤੋਂ ਬਰਾਮਦ ਹੋਇਆ ਵੱਡੀ ਮਾਤਰਾ ਦੇ ਵਿੱਚ ਨਸ਼ਾ, ਡਰਾਈਵਰ ਨੇ ਕੀਤੀ ਭੱਜਣ ਦੀ ਕੋਸ਼ਿਸ਼। ਵੈਨਕੂਵਰ ਦੇ ਵਿੱਚ ਭਾਰਤ ਦੇ ਕਿਸਾਨਾਂ ਨੂੰ ਵੱਡਾ ਸਾਥ, ਕਿਸਾਨੀ ਹੱਕ ਦੇ ਵਿੱਚ ਮਤਾ ਪਾਸ। BC ਤੋਂ ਟਰੱਕ ਡਰਾਈਵਰਾਂ ਦੇ ਲਈ ਖਬਰ, ਹੁਣ ਹੋਵੇਗੀ ਟਰੱਕ ਡਰਾਈਵਰਾਂ ਦੀ ਟ੍ਰੇਨਿੰਗ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।